So now let us continue with elegy written in a country churchyard. So we have finished with the first four passages of the first four stanzas of the poem. So देखो इन्हों elegy written in a country churchyard. So what you have to keep in mind is that the poet is sitting all alone in a graveyard. ठीक है और एक graveyard ਦੇ ਵਿੱਚ ਕਿਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ the villagers clear that who were not very sophisticated, who were very simple. So ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਜਿਹੜਾ poet ਹੈਗਾ ਉੱਥੇ ਬੈਠਾ ਹੋਇਆ ਹੈ. So the time is that of the deep evening, it is getting dark. So ਇਹਨੂੰ ਹੁਣ ਦੇਖੋ. Now let us continue with the poem now. So ਇੱਥੋਂ ਦੇਖੋ the breezy call of incense breathing morn, the swallow twittering from the straw-built shed, the cock's shrill clarion or the echoing horn, no more shall rouse them from their lowly bed. ਇਹ ਸੋ ਜਿਹੜੀ ਸਵੇਰ ਦੀ ਹਵਾ ਹੈਗੀ ਹੈ the breezy call of incense breathing morn. So the sweet smelling morning will not be able to wake them up. The sweet smell of the breeze that is blowing in the morning will not wake them up. So ਉਹਨਾਂ ਨੂੰ ਜਿਹੜੀ ਹਵਾ ਚੱਲ ਰਹੀ ਹੈ ਜਿਹੜੀ ਕਿ ਸੁਗੰਧਿਤ ਹੈ ਜਿੱਦਾਂ ਕਿ ਸਵੇਰ ਦੀ ਹੁੰਦੀ ਹੈ ਸੋ ਉਹ ਵਾਲੀ ਜਿਹੜੀ ਸਵੇਰ ਹੈ ਉਹਨਾਂ ਨੂੰ ਜਗਾ ਨਹੀਂ ਸਕਦੀ. ਵਾਈ ਬਿਕੋਜ਼ ਦੇ ਆਰ ਡੈਡ ਜਿਹੜੇ ਕਿ ਉਹਨਾਂ ਕਬਰਾਂ ਦੇ ਵਿੱਚ ਲੇਟੇ ਹੋਏ ਹੈ. The swallow twittering from the straw built shed. ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਚਿੜੀਆਂ ਹੈਗੀਆਂ ਉਹਨਾਂ ਦੀ ਚਹਿਚਹਾਹਟ ਠੀਕ ਹੈ. ਸੋ ਕਿੱਥੋਂ ਦੀ ਉਹ ਚਹਿਚਹਾ ਰਹੀਆਂ ਹੈਗੀਆਂ. ਸੋ ਦੇ ਆਰ twittering from the shed that is built with straw. ਸੋ ਜਿਹੜੀ ਕਿ ਡਰਾਈ ਗ੍ਰਾਸ ਜਿਹੜੀ ਕਿ ਤੂੜੀ ਦੀ ਬਣੀ ਹੋਈ ਜਿਹੜੇ ਲੋਕਾਂ ਦੀਆਂ ਛੱਤਾਂ ਹੈਗੀਆਂ ਉਹਨਾਂ ਦੇ ਵਿੱਚ ਚਿੜੀਆਂ ਨੇ ਘੋਂਸਲੇ ਬਣਾਏ ਹੋਏ ਹੈ ਪਰ ਉਹਨਾਂ ਦੀ ਵੀ ਜਿਹੜੀ ਟਵਿਟਰਿੰਗ ਹੈ the twittering of the swallows will not wake up these villagers ਜਿਹੜੇ ਕਿ ਹੁਣ ਸਦਾ ਦੀ ਨੀਂਦ ਸੁੱਤੇ ਹੋਏ. The cock's shrill clarion ਇਸੇ ਤਰ੍ਹਾਂ ਦੇ ਨਾਲ ਜਿਹੜਾ ਮੁਰਗੇ ਦਾ ਸ਼੍ਰਿਲ ਬੋਲ ਹੈਗਾ ਜਿਹੜੀ ਮੁਰਗੇ ਦੀ ਬਾਂਗ ਹੈਗੀ ਹੈ. ਸ਼੍ਰਿਲ ਦਾ ਮਤਲਬ ਹੀ ਕੀ ਹੁੰਦਾ ਤਿੱਖੀ. ਸੋ ਜਿਹੜੀ ਕੌਕ ਦੀ ਜਿਹੜੀ ਕਾਲ ਹੈਗੀ ਹੈ ਟੂ ਵੇਕ ਅਪ even that call will not wake them up. The cock's shrill clarion or the echoing horn ਇਸੇ ਤਰ੍ਹਾਂ ਦੇ ਨਾਲ ਜਿਹੜਾ ਹੌਰਨ ਹੈਗਾ ਜਿਹੜਾ ਕਿ ਬਿਗੁਲ ਹੈਗਾ ਜਿਹੜਾ ਕਿ ਹੰਟਰਸ ਵਜਾਉਂਦੇ ਹੈ ਕਲੀਅਰ ਜਦੋਂ ਤੁਰਨ ਲੱਗਦੇ ਹੈ. ਸੋ ਈਵਨ ਦੈਟ the hunter's horn, the bigul blown by the hunters will not wake them up. No more shall rouse them from their lowly bed. So their bed is low ਕਿਉਂਕਿ grave ਜਿਹੜੀ ਹੁੰਦੀ ਹੈ ਨੀਵੀਂ ਹੁੰਦੀ ਹੈ ਨੈਚੁਰਲੀ. ਸੋ ਉਹ ਆਪਣੀ ਸਦਾ ਦੀ ਨੀਂਦ ਆਪਣੇ ਨੀਵੇਂ ਬਿਸਤਰ ਦੇ ਵਿੱਚ ਸੁੱਤੇ ਹੋਏ ਐਂਡ ਕੋਈ ਵੀ ਚੀਜ਼ ਉਹਨਾਂ ਨੂੰ ਜਗਾ ਨਹੀਂ ਸਕਦੀ. ਨਾ ਤਾਂ ਸਵੇਰ ਦੀਆਂ ਸੁਗੰਧਿਤ ਪੌਣਾ ਨਾ ਹੀ ਚਿੜੀਆਂ ਦੀ ਚਹਿਚਹਾਹਟ ਨਾ ਜਿਹੜਾ ਮੁਰਗੇ ਦੀ ਬਾਂਗ ਹੈ ਨਾ ਹੀ ਜਿਹੜਾ ਸ਼ਿਕਾਰੀ ਹੈ ਉਹਦਾ ਜਿਹੜਾ ਸਾਊਂਡ ਜਿਹੜੀ ਉਹ ਕ੍ਰੀਏਟ ਕਰਦਾ ਜਿਹੜਾ ਉਹਦਾ ਬਿਗੁਲ ਹੈਗਾ ਜਿਹੜਾ ਉਹਦਾ ਹੌਰਨ ਹੈਗਾ ਇਟ ਵਿਲ ਨਾਟ ਬੀ ਏਬਲ ਟੂ ਵੇਕ ਦੈਮ ਅਪ. For them no more the blazing hearth shall burn. ਇਹ ਸੋਨਾ ਵਾਸਤੇ ਜਿਹੜਾ ਘਰ ਦਾ ਚੁੱਲ੍ਹਾ ਹੈਗਾ ਉਹ ਹੁਣ ਨਹੀਂ ਚੱਲ ਰਿਹਾ because they will not be able to sit by their hearths again. ਸੋ ਜਿਹੜੇ ਘਰਾਂ ਦਾ ਜਿਹੜਾ ਚੁੱਲ੍ਹਾ ਚੌਂਕਾ ਹੈਗਾ ਉਹਦੇ ਨਜ਼ਦੀਕ ਕੇ ਕਦੀ ਬੈਠ ਨਹੀਂ ਪਾਉਣਗੇ because they are dead. For them no more the blazing hearth shall burn. ਸੋ ਬਲੇਜ਼ਿੰਗ ਦਾ ਮਤਲਬ ਇਹ ਕੀ ਹੈ ਜਿਹੜਾ ਕਿ ਚੁੱਲ੍ਹਾ ਜਲਦਾ ਪਿਆ ਜਿੱਥੇ ਕਿ ਰੋਟੀ ਪੱਕਦੀ ਪਈ ਹੈ. ਸੋ ਉਹਦੇ ਕਿਨਾਰੇ ਕਦੀ ਨਹੀਂ ਬੈਠਣਗੇ ਉਹਦੇ ਨਾਲ ਕਦੀ ਨਹੀਂ ਬੈਠਣਗੇ. ਔਰ ਬਿਜ਼ੀ ਹਾਊਸ ਵਾਈਫ ਪਲਾਈ ਹਰ ਈਵਨਿੰਗ ਕੇਅਰ ਠੀਕ ਹੈ. ਸੋ ਜਿੱਥੇ ਹੁਣ ਹੀ ਹੈਜ਼ ਕ੍ਰੀਏਟਿਡ ਦ ਸੀਨ ਆਫ ਅ ਹੈਪੀ ਹਾਊਸ ਹੋਲਡ ਜਿੱਥੇ ਕਿ ਚੁੱਲ੍ਹਾ ਜਲ ਰਿਹਾ ਹੈ ਜਿੱਥੇ ਕਿ ਫਾਇਰ ਪਲੇਸ ਵੀ ਅੱਗ ਨਾਲ
ਸੋਹਣੀ ਤਰ੍ਹਾਂ ਦੇ ਨਾਲ ਚੱਲ ਰਹੀ ਹੈ, ਔਰ ਜਿੱਥੇ ਕਿ ਜਿਹੜੀ ਹਾਊਸ ਵਾਈਫ ਹੈ ਉਹ ਆਪਣੇ ਸ਼ਾਮ ਦੇ ਕੰਮ ਨਿਪਟਾ ਰਹੀ ਹੈ। No children run to lisp their sides return। ਸੋ ਹੁਣ ਕਦੀ ਵੀ ਉਹਨਾਂ ਕੋਲ ਜਿਹੜਾ ਉਹਨਾਂ ਦੇ ਬੱਚਾ ਹੈਗਾ ਉਹ ਦੌੜ ਕੇ ਨਹੀਂ ਆਏਗਾ। ਕਲੀਅਰ, ਖੁਸ਼ੀ ਦੇ ਨਾਲ ਜਦੋਂ ਘਰ ਦਾ ਮਾਲਿਕ ਵਾਪਸ ਆਉਂਦਾ ਹੈ। ਕਲੀਅਰ, ਸੋ ਉਦੋਂ ਬੱਚਾ ਜਿਹੜਾ ਉਹ ਦੌੜ ਕੇ ਆਉਂਦਾ ਆਪਣੇ ਫਾਦਰ ਦੇ ਕੋਲ, ਔਰ ਉਹ ਕੀ ਕਰ ਰਿਹਾ ਕਿ ਲਿਸਪ ਕਰ ਰਿਹਾ ਹੈਗਾ। ਲਿਸਪ ਦਾ ਮਤਲਬ ਹੀ ਕੀ ਹੈ, ਥੋੜ੍ਹਾ ਤੁਤਲਾ ਕੇ ਬੋਲਣਾ। ਸੋ ਜਿਹੜਾ ਬੱਚਾ ਉਹ ਖੁਸ਼ੀ ਦੇ ਨਾਲ ਦੌੜਦਾ ਹੋਇਆ ਆ ਰਿਹਾ ਹੈ, ਔਰ ਆਪਣੇ ਫਾਦਰ ਦਾ ਨਾਮ ਲੈ ਰਿਹਾ ਹੈ। ਕਲੀਅਰ, ਪਰ ਹੁਣ ਉਹਨਾਂ ਵਾਸਤੇ ਇੱਦਾਂ ਨਹੀਂ ਹੋਏਗਾ। ਔਰ ਕਲਾਈਮ ਹਿਜ਼ ਨੀਜ਼ ਦ ਐਨਵੀਡ ਕਿਸ ਟੂ ਸ਼ੇਅਰ। ਔਰ ਨਾ ਹੁਣ ਕੋਈ ਵੀ ਜਦੋਂ ਇਹ ਹੁਣ ਕਦੀ ਵੀ ਇਹ ਨਹੀਂ ਬੈਠਣਗੇ ਆਪਣੇ ਘਰਾਂ 'ਚ ਜਾ ਕੇ, ਔਰ ਕੋਈ ਵੀ ਇਹਨਾਂ ਦੀ ਗੋਦ ਵਿੱਚ ਨਹੀਂ ਚੜ੍ਹੇਗਾ, ਤਾਂ ਕਿ ਟੂ ਕਲੇਮ ਦ ਫਸਟ ਕਿਸ ਫਰੋਮ ਦ ਫਾਦਰ। ਕਲੀਅਰ, ਐਨਵੀਡ ਕਿਸ ਦਾ ਮਤਲਬ ਹੀ ਕੀ ਹੈ ਕਿ ਜਦੋਂ ਘਰ ਦਾ ਜਿਹੜਾ ਫਾਦਰ ਹੈ ਉਹ ਜਦੋਂ ਘਰ ਆਉਂਦਾ ਹੈਗਾ, ਜਿਹੜੇ ਬੱਚੇ ਛੋਟੇ ਛੋਟੇ ਹੁੰਦੇ ਆ ਉਹ ਉਹਨਾਂ ਵਿੱਚ ਇੱਕ ਦੌੜ ਲੱਗੀ ਹੁੰਦੀ ਹੈ। ਕਲੀਅਰ, ਕਿ ਕੌਣ ਜਾ ਕੇ ਫਾਦਰ ਨੂੰ ਪਹਿਲਾਂ ਪਿਆਰ ਕਰੂਗਾ, ਕਿਹਨੂੰ ਫਾਦਰ ਪਹਿਲਾਂ ਕਿਸ ਕਰੇਗਾ। ਸੋ ਹੁਣ ਕੀ ਹੈਗਾ, ਹੁਣ ਇੱਦਾਂ ਦੀਆਂ ਚੀਜ਼ਾਂ ਉਹਨਾਂ ਵਾਸਤੇ ਬੇਮਾਇਨੇ ਹੈ। ਕਲੀਅਰ, ਬਿਕੋਜ਼ ਦੇ ਆਰ ਡੈਡ। Oft, next para देखो, oft did the harvest to their sickle yield, their furrow oft the stubborn glebe has broke, how jocund did they drive their team afield, how bowed the woods beneath their sturdy stroke। ਸੋ ਕੀ ਕਹਿੰਦੇ ਕਿ often ਜਿਹੜੀ ਫਸਲ ਸੀਗੀ, ਇਹਨਾਂ ਨੇ ਬਹੁਤ ਫਸਲ ਕੱਟੀ ਹੈ। ਹਾਰਵੈਸਟ ਦਾ ਮਤਲਬ ਵੀ ਕੀ ਹੁੰਦਾ ਹੈ, ਫਸਲ। ਸਿਕਲ ਕੀ ਹੁੰਦਾ ਹੈ, ਜਿਹੜੀ ਦਾਤਰੀ ਹੈ ਉਹਦੇ ਨਾਲ ਉਹਨਾਂ ਨੇ ਆਪਣੀ ਫਸਲ ਨੂੰ ਕੱਟਿਆ। Their furrow oft the stubborn glebe has broke। So many times they have plowed, they have made furrows in very hard earth। So ਇਹਨਾਂ ਨੇ ਕਈ ਕਿਆਰੀਆਂ ਬਣਾਈਆਂ ਹੈ ਜਿਹੜੀ ਬਹੁਤ ਹੀ ਸਖਤ ਮਿੱਟੀ ਹੈ ਉਹਦੇ ਵਿੱਚ। Their furrow oft, oft ਦਾ ਮਤਲਬ ਕਿ often। So many times they have plowed, PLOUGHED। So they have plowed very stubborn earth। ਬਹੁਤ ਸਖਤ ਮਿੱਟੀ ਇਹਨਾਂ ਨੇ ਹਲ ਨਾਲ ਵਾਈ ਹੈਗੀ ਹੈ। how jocund did they drive their team afield। ਸੋ ਟੀਮ ਕੀ ਹੈ ਇੱਥੇ, the team of oxen। ਸੋ ਬਹੁਤ ਵਾਰੀ ਆਪਣੀ ਬਲਦਾਂ ਦੀ ਜੋੜੀ, ਆਪਣੇ ਬੈਲਾਂ ਦੀ ਜੋੜੀ ਖੁਸ਼ੀ ਖੁਸ਼ੀ ਕਿੱਥੇ ਲੈ ਕੇ ਗਏ, ਆਪਣੇ ਖੇਤਾਂ ਦੇ ਵਿੱਚ ਲੈ ਕੇ ਗਏ, ਤਾਂ ਕਿ ਉੱਥੇ ਉਹ ਕੰਮ ਕਰ ਸਕਣ। ਸੋ ਕਿੰਨੀ ਖੁਸ਼ੀ ਖੁਸ਼ੀ ਉਹ ਲੈ ਕੇ ਗਏ ਹਮੇਸ਼ਾ। how bowed the woods beneath their sturdy stroke। ਸੋ ਇਸੇ ਤਰ੍ਹਾਂ ਦੇ ਨਾਲ many times they cut the trees also with the help of their axes। clear, ਔਰ ਜਿਹੜਾ ਉਹਨਾਂ ਦਾ the blow of their axes used to be very strong। sturdy ਦਾ ਮਤਲਬ ਹੀ ਕੀ ਹੈ, strong। ਸੋ ਉਹਨਾਂ ਨੇ ਕਈ ਵਾਰੀ ਬਹੁਤ ਹੀ ਜ਼ੋਰ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਦਰਖਤ ਸੀਗੇ ਉਹਨਾਂ ਨੂੰ ਵੱਢਿਆ, ਔਰ ਕਿੱਦਾਂ ਜਿਹੜੇ ਦਰਖਤ ਸੀਗੇ ਉਹਨਾਂ ਦੇ ਅੱਗੇ ਖੜੇ ਨਹੀਂ ਰਹਿ ਸਕੇ। clear, because they hit those trees, they axed those trees with great strength। ਸੋ ਉਹਨਾਂ ਨੇ ਕਿੰਨਾ ਕੁਝ ਕੀਤਾ ਆਪਣੀ ਲਾਈਫ ਦੇ ਵਿੱਚ। ਫਿਰ ਉਹਨਾਂ ਨੇ ਫਸਲਾਂ ਕੱਟੀਆਂ, ਉਹਨਾਂ ਨੇ ਸਖਤ ਧਰਤੀ ਨੂੰ ਵਾਹਿਆ, ਔਰ ਉਹਨਾਂ ਨੇ ਦਰਖਤ ਕੱਟੇ, ਔਰ ਖੁਸ਼ੀ ਖੁਸ਼ੀ ਆਪਣਾ ਉਹਨਾਂ ਨੇ ਖੇਤੀ ਕੀਤੀ। ਸੋ ਜੌਕੰਡ ਦਾ ਮਤਲਬ ਵੀ ਹੈਪੀ ਹੁੰਦਾ ਹੈ। ਸੋ ਹਾਊ ਜੋਇਫੁਲੀ ਡਿਡ ਦੇ ਡਰਾਈਵ ਦੇਅਰ ਟੀਮ ਆਫ ਆਕਸਨ ਟੂ ਦੇਅਰ ਫੀਲਡਸ। नेक्स्ट पैरा देखो, let not ambition mock their useful toil, their homely joys and destiny obscure। so फिर वो की कहते हैं कि let not the people of great ambition make fun of their useful hard work। clear कि सो ਹੁਣ ਉਹ ਕੀ ਕਹਿ ਰਿਹਾ ਇੱਥੇ ਕਿ ਜਿਹੜੇ ਕਿ ਬਹੁਤ ਹੀ ambitious ਲੋਕ ਹੈ, the people who want to rise in life, the people who want to earn fame, glory, for them these villagers were nothing, they were of no value। ਸੋ ਜਿਹੜੇ ਬਹੁਤ ਜ਼ਿਆਦਾ ਲੋਕਾਂ ਦੇ ਨਜ਼ਰਾਂ ਵਿੱਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਕੀ ਲੱਗਦਾ ਹੋਏਗਾ ਕਿ ਜਿਹੜੇ ਹੈਗੇ ਇਹਨਾਂ ਦਾ ਇਹ ਕੀ ਕਰਦੇ ਰਹੇ ਸਾਰੀ ਉਮਰ, ਉੱਥੇ ਹੀ ਖੇਤਾਂ ਵਿੱਚ ਕੰਮ ਕਰਦੇ ਰਹੇ, ਇੱਦਾਂ ਹੀ ਕਰਦੇ ਕਰਦੇ ਖਤਮ ਹੋ ਗਏ। ਕਲੀਅਰ, ਸੋ ਇੱਦਾਂ ਜਿਹੜੇ ਦ ਮੈਨ ਆਫ ਐਂਬੀਸ਼ਨ ਮੇ
ਮੇਕ ਫਨ ਆਫ देयर ਯੂਜ਼ਫੁਲ ਹਾਰਡ ਵਰਕ। ਕਲੀਅਰ। ਸੋ ਕੀ ਕਹਿੰਦਾ ਕਿ ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਦੈਟ ਦ ਐਂਬੀਸ਼ੀਅਸ ਪੀਪਲ should not make fun of their useful toil, their useful hard work, their homely joys. So ਇਸੇ ਤਰ੍ਹਾਂ ਦੇ ਨਾਲ nobody should mock, nobody should make fun of their ordinary joys। ਕਿ these people led very simple lives and they had simple joys। ਇਹਨਾਂ ਦੇ ਜਿਹੜੀਆਂ ਖੁਸ਼ੀਆਂ ਸੀਗੀਆਂ ਉਹ ਵੀ ਕੀ ਸੀਗੀਆਂ, ਉਹ ਵੀ ਸਿੰਪਲ ਸੀਗੀਆਂ। ਸੋ देयर homely joys and destiny obscure, ਔਰ ਇਹਨਾਂ ਦੀ ਜਿਹੜੀ ਲਾਈਫ ਸੀਗੀ ਦੈਟ ਵਾਜ਼ ਓਬਸਕਿਓਰ। ਜਿਹੜਾ ਇਹਨਾਂ ਦੀ ਡੈਸਟਨੀ ਸੀਗੀ ਉਹ ਕੀ ਸੀਗੀ, ਉਹ ਓਬਸਕਿਓਰ ਸੀਗੀ। ਓਬਸਕਿਓਰ ਦਾ ਮਤਲਬ ਕੀ ਹੈ ਕਿ ਨੋਬਡੀ ਨਿਊ ਅਬਾਊਟ ਦੈਮ, ਕਿ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸੀਗਾ। ਸੋ ਐਂਡ ਡੈਸਟਨੀ ਓਬਸਕਿਓਰ, ਔਰ ਇਹਨਾਂ ਦੀ ਜਿਹੜੀ ਲਾਈਫ ਸੀਗੀ ਉਹ ਕੀ ਸੀਗੀ, ਇਟ ਵਾਜ਼ ਟੋਟਲੀ ਓਬਸਕਿਓਰ, ਨੋਬਡੀ ਨਿਊ ਅਬਾਊਟ ਦੈਮ। ਪਰ the people of ambition should not make fun of their hard work, their ordinary joys। मतलब ਇਹ ਛੋਟੇ ਛੋਟੇ ਗੱਲਾਂ 'ਚ ਖੁਸ਼ ਹੋ ਜਾਂਦੇ ਸੀ। ਪਰ ਐਂਡ ਡੈਸਟਨੀ ਓਬਸਕਿਓਰ, ਔਰ ਜਿਹੜੀ ਇਹਨਾਂ ਦਾ ਜੀਵਨ ਜਿਹਦੇ ਬਾਰੇ ਕੋਈ ਵੀ ਬਹੁਤ ਘੱਟ ਵੱਧ ਹੀ ਜਾਣਦਾ ਸੀਗਾ। ਸੋ these people had obscure lives, but the people of ambition should not make fun of them। ਕਿ ਇਹਨਾਂ ਦੇ ਆਮ ਜੀਵਨ ਸੀਗਾ, ਛੋਟੇ ਛੋਟੇ ਖੁਸ਼ੀਆਂ ਸੀਗੀਆਂ, ਔਰ ਇਹਨਾਂ ਬਾਰੇ ਕੋਈ ਨਹੀਂ ਜਾਣਦਾ ਸੀਗਾ। nor grandeur here with a disdainful smile the short and simple annals of the poor। annals ਦਾ ਮਤਲਬ ਇੱਕ ਇਹ ਸਟੋਰੀਜ਼। ਸੋ ਇਸੇ ਤਰ੍ਹਾਂ ਨਾਲ grandeur ਕੀ ਹੁੰਦਾ, ਸ਼ਾਨੋ ਸ਼ੌਕਤ। ਸੋ the people who enjoy grandeur and glory, ਸੋ ਜਿਹੜੇ ਲੋਕ ਸ਼ਾਨੋ ਸ਼ੌਕਤ ਨਾਲ ਰਹਿੰਦੇ ਆ, they should not hear with a disdainful smile। disdainful ਦਾ ਮਤਲਬ ਵੀ ਕੀ ਹੈ ਕਿ as if you look down upon someone, ਕਿ ਜਦੋਂ ਤੁਸੀਂ ਕਿਸੇ ਬਾਰੇ ਸੋਚਦੇ ਹੋ ਕਿ ਇਹ ਬਹੁਤ ਤੁਹਾਡੇ ਤੋਂ ਨੀਵਾਂ ਹੈ, ਅਤੇ ਤੁਹਾਡੇ ਜਿਹੜੇ ਚਿਹਰੇ 'ਤੇ ਸਮਾਈਲ ਆਉਂਦੀ ਹੈ, ਦੈਟ ਇਜ਼ disdainful। ਕਲੀਅਰ। ਕਿ ਉਹਨਾਂ ਬਾਰੇ ਜਦੋਂ ਤੁਸੀਂ ਕਿਸੇ ਬਾਰੇ ਇੱਜ਼ਤ ਤੁਹਾਡੇ ਮਨ 'ਚ ਨਹੀਂ ਹੈਗੀ, ਫਿਰ ਤੁਹਾਡਾ ਉਹਨਾਂ ਬਾਰੇ ਐਟੀਟਿਊਡ ਕੀ ਹੋਏਗਾ, disdainful ਹੋਏਗਾ। ਸੋ ਕੀ ਕਹਿੰਦਾ ਕਿ ਇੱਦਾਂ ਦੀ ਮੁਸਕਰਾਹਟ ਦੇ ਨਾਲ ਉਹਨਾਂ ਦੀਆਂ ਕਹਾਣੀਆਂ ਨਾ ਸੁਣੋ। ਕਿੱਦਾਂ ਦੀ ਮੁਸਕਰਾਹਟ ਦੇ ਨਾਲ, ਜਿਹਦੇ ਵਿੱਚ ਕਿ ਇੱਜ਼ਤ ਦੀ ਕਮੀ ਹੈਗੀ ਹੈ। ਠੀਕ। ਸੋ ਨਾਓ ਆਈ ਮੇਕ ਐਨ ਐਂਡ ਹੀਅਰ। ਸੋ ਆਈ ਹੋਪ ਯੂ ਆਰ able to follow whatever I am telling you। So let me make an end here and I'll continue with this